हर कारोबार का जो बंदा किसानों के नाल आके खड़ा हो जाऊगा, जो इस चीज़ के विरुद्ध आवाज़ चकांगे तो ये कानून रद्द होगे। काला कानून आ, अदरवाइज ये साडा नाश कर दूगा। नशा राज आ, बिल्कुल ओदी चलती है। जो मोदी ने कहता नाल दी ओदी लॉबी है जी, उन्हें भी हाँ जी हाँ जी हाँ जी हाँ जी उम्मीद कर देना। ये उम्मीद नहीं कर सकते कि वो लोगों के हकों के विच खड़ा हो जाए। सत श्री अकाल जी। सब तो पहला ਆਪਾਂ ਅੱਜ ਗੱਲਬਾਤ ਕਰਨ ਲੱਗੇ ਹਾਂ ਸੰਸਦ ਵਿੱਚ ਜਿਹੜੇ ਖੇਤੀ ਬਿੱਲ ਪਾਸ ਕਰ ਦਿੱਤੇ ਗਏ ਆ। ਇਹਨਾਂ ਖੇਤੀ ਬਿੱਲਾਂ ਦੇ ਕਾਰਨ ਕਿਸਾਨਾਂ 'ਚ ਕਾਫੀ ਵਿਦਰੋਹ ਆ ਤੇ ਕਿਸਾਨ ਰੇਲਾਂ ਜਾਮ ਕਰ ਰਹੇ ਨੇ। ਇਸ ਤੋਂ ਇਲਾਵਾ ਕਿਸਾਨਾਂ ਨੇ 25 ਸਤੰਬਰ ਰੱਖਿਆ ਹੋਇਆ ਕਿ ਪੰਜਾਬ ਬੰਦ ਕਰ ਦਿੱਤਾ ਜਾਵੇਗਾ। ਹੁਣ ਇਸੇ ਹੀ ਸੰਦਰਭ ਵਿੱਚ ਅਸੀਂ ਗੱਲਬਾਤ ਕਰਾਂਗੇ ਜਿਹੜੇ ਉਸ ਵਕੀਲ ਦੇ ਨਾਲ ਜਿਹੜੇ ਕਾਨੂੰਨ ਦੇ ਤਹਿਤ ਸਾਨੂੰ ਦੱਸਣਗੇ ਕਿ ਜਿਹੜੇ ਖੇਤੀ ਬਿੱਲ ਪਾਸ ਹੋਏ ਨੇ ਇਹਨਾਂ ਨੂੰ ਰੱਦ ਕਰਵਾਇਆ ਜਾ ਸਕਦਾ ਹੈ ਜਾਂ ਅੱਗੇ ਇਸੇ ਤਰੀਕੇ ਨਾਲ ਹੀ ਇਹ ਚੱਲਣਗੇ ਤੇ ਕਿਸਾਨਾਂ ਨੂੰ ਕਾਫੀ ਹੱਦ ਤੱਕ ਇਹਦਾ ਨੁਕਸਾਨ ਹੋਏਗਾ ਜਾਂ ਕੀ ਫਾਇਦਾ ਹੋਏਗਾ। ਉਹ ਕਾਨੂੰਨ ਦੇ ਹਿਸਾਬ ਨਾਲ ਸਾਨੂੰ ਦੱਸਣਗੇ। ਇਹ ਸਾਡੇ ਨਾਲ ਵਕੀਲ ਜੁੜੇ ਹੋਏ ਨੇ ਸਿਮਰਨਜੀਤ ਕੌਰ, ਇਹ ਸਾਨੂੰ ਇਸ ਬਾਰੇ ਜਾਣਕਾਰੀ ਦੇਣਗੇ। ਸਤਿ ਸ਼੍ਰੀ ਅਕਾਲ ਮੈਡਮ, ਤੁਹਾਡਾ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਵਿੱਚ। ਥੈਂਕ ਯੂ ਮੈਡਮ, ਅਸੀਂ ਇਹਦੇ ਤੇ ਜਾਣਨਾ ਚਾਹੁੰਦੇ ਹਾਂ ਕਿ ਜਿਹੜੇ ਬਿੱਲ ਪਾਸ ਕਰ ਦਿੱਤੇ ਗਏ ਸੰਸਦ ਵਿੱਚ, ਰਾਜ ਸਭਾ ਵਿੱਚ, ਲੋਕ ਸਭਾ ਵਿੱਚ, ਸਿਰਫ ਇੱਕ ਰਾਸ਼ਟਰਪਤੀ ਦੀ ਮੋਹਰ ਨਹੀਂ ਲੱਗੀ ਹੈਗੀ। ਜੇ ਮੋਹਰ ਲੱਗ ਜਾਂਦੀ ਆ ਉਸ ਤੋਂ ਬਾਅਦ ਕਿਸਾਨਾਂ ਇਸ ਬਿੱਲ ਦੇ ਤਹਿਤ ਕਿਸਾਨਾਂ ਦੇ ਕੀ ਨੁਕਸਾਨ ਹੋਣੇ ਨੇ ਜਾਂ ਇਹ ਬਿੱਲ ਅਸੀਂ ਰੱਦ ਕਰਵਾ ਸਕਦੇ ਹਾਂ ਕਿਸਾਨ ਜੁੜ ਕੇ ਇਕੱਠੇ ਹੋ ਕੇ? देखो जी, जे आपां जिस तरीके नाल तुसीं रद्द कराउण दी गल करदे हो, जिन्हां ने राज सभा दे विच जिथे बिल पास करना ज़्यादा औखा सीगा क्योंकि स्टेट्स वालों सारियां वालों ही ऑलरेडी इहदी मतलब अपोज किया जा रहा है बिल नूं। ते राज सभा दे विच भी बिल पास हो गया ते हुण कल्ले प्रधान मंत्री प्रेजिडेंट दी गल है। प्रेजिडेंट तां अपना है ही रबड़ स्टैंप आ, ठीक आ, उहदी पावर तां ना दे बराबर ही हुंदी है ना। ਇੱਥੇ ਤਾਂ ਸਿਰਫ ਮੈਂ ਜੇ ਆਪਾਂ ਇੱਥੇ ਕਹਿ ਲਈਏ ਸਾਡੇ ਤਾਂ ਇੱਥੇ ਚੱਲ ਰਿਹਾ ਸਿੱਧਾ ਹਿਟਲਰ ਵਾਂਗੂ। ਇੱਥੇ ਮੋਦੀ ਹਿਟਲਰ ਬਣਿਆ ਬੈਠਾ ਆ, ਤਾਨਾਸ਼ਾਹ ਰਾਜ ਆ। ਬਿਲਕੁਲ ਉਹਦੀ ਚੱਲਦੀ ਆ। ਜੋ ਮੋਦੀ ਨੇ ਕਹਿਤਾ ਨਾਲ ਦੀ ਉਹਦੀ ਲੌਬੀ ਆ ਜਿਹੜੀ, ਉਹਨੇ ਵੀ ਹਾਂਜੀ 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 ਉਵੇਂ ਕਰ ਦੇਣਾ। ਤੇ ਫਿਰ ਪ੍ਰੈਜ਼ੀਡੈਂਟ ਦੀ ਇਕੱਲੀ ਸਟੈਂਪ ਕਿੱਡੀ ਕੁ ਗੱਲ ਆ, ਉਹ ਉਹਨਾਂ ਨੇ ਲਵਾ ਲੈਣੀ ਆ। ਹੁਣ ਜੇ ਇਹਨੂੰ ਆਪਾਂ ਰੱਦ ਕਰਨ ਦੀ ਗੱਲ ਕਰੀਏ, ਦੇਖੋ ਦੋ ਤਰੀਕੇ ਬਚਦੇ ਹੈਗੇ ਆ, ਹੈ ਨਾ। ਇੱਕ ਆ ਕਿ ਆਪਾਂ ਸੁਪਰੀਮ ਕੋਰਟ ਦੇ ਵਿੱਚ ਜਦੋਂ ਕੋਈ ਵੀ ਕਾਨੂੰਨ ਆਪਾਂ ਜੇ ਸ਼ੁਰੂ ਤੋਂ ਪੁਰਾਣੀ ਆਪਾਂ ਸਟਰਗਲਸ ਦੇਖੀਏ, ਜਦੋਂ ਕਦੇ ਵੀ ਕੋਈ ਵੀ ਲਾਅ ਆ ਜਿਹੜਾ ਬੇਸਿਕ ਸਟਰਕਚਰ ਦੇ ਅਗੇਂਸਟ ਬਣਿਆ ਜਾਂ ਕੋਈ ਵੀ ਲਾਅ ਆ ਜਿਹੜਾ ਇਹ ਸਟੇਟ ਆਪਣੀਆਂ 3 ਸੂਚੀਆਂ ਹੁੰਦੀਆਂ ਨੇ ਪੰਜਾਬੀ ਜਿਹਨੂੰ ਹੋ ਗਿਆ ਨਾ, ਰਾਜ ਸੂਚੀ ਹੁੰਦੀ ਆ, ਕੇਂਦਰ ਸੂਚੀ ਹੁੰਦੀ ਆ ਤੇ ਇੱਕ ਕਨਕਰੈਂਟ ਲਿਸਟ ਹੁੰਦੀ ਆ ਜਿਹੜੀ ਜਿਹਦੇ ਵਿੱਚ ਸਾਂਝੀ ਹੁੰਦੀ ਆ ਦੋਨਾਂ ਤੇ ਹੀ ਕਾਨੂੰਨ ਬਣ ਸਕਦੇ ਆ। ਜਿਹੜੀ ਕੇਂਦਰ ਸਰਕਾਰ ਆ ਉਹ ਸਿਰਫ ਕੇਂਦਰ ਦੇ ਕੋਲ ਜਿਹੜੇ ਵਿਸ਼ੇ ਆ ਉਹਨਾਂ ਤੇ ਲਾਅ ਬਣਾ ਸਕਦੀ ਆ। ਜਿਹੜਾ ਐਗਰੀਕਲਚਰ ਆ ਸਟੇਟ ਦਾ ਹੈਗਾ ਆ ਇਸ਼ੂ, ਪਰ ਸਟੇਟ ਦੇ ਸਬਜੈਕਟ ਦੇ ਉੱਤੇ ਸੈਂਟਰ ਨੇ ਲਾਅ ਬਣਾਤਾ। ਪਹਿਲਾਂ ਤਾਂ ਇਦਾਂ ਹੀ ਗਲਤ ਬਣਾਇਆ ਇਹਨਾਂ ਨੇ, ਠੀਕ ਆ। ਤੇ ਜੇ ਲਾਅ ਬਣ ਗਿਆ ਆਪਾਂ ਉਹਨੂੰ ਅਪੋਜ਼ ਕਰਨਾ ਹੈ, ਆਪਾਂ ਕਹਿ ਦਈਏ ਕਿ ਆਪਾਂ ਲੀਗਲੀ ਅਸੀਂ ਸੁਪਰੀਮ ਕੋਰਟ ਨੂੰ ਅਪਰੋਚ ਕਰ ਸਕਦੇ ਹਾਂ, ਲੀਗਲੀ ਤਰੀਕੇ ਹੈਗੇ ਆ। ਪਰ ਇੱਥੇ ਇਸ ਦੇਸ਼ ਦੇ ਵਿੱਚ ਮੈਂ ਇੱਕ ਵਕੀਲ ਹੋ ਕੇ ਇਹ ਗੱਲ ਕਹਿੰਦੀ ਚੰਗੀ ਵੀ ਨਹੀਂ ਲੱਗੂਗੀ, ਪਰ ਸੱਚ ਆ ਕਿ ਸਾਡੀ ਸੁਪਰੀਮ ਕੋਰਟ ਨੇ ਵੀ ਉਹੀ ਗੱਲ ਕਹਿਣੀ ਆ ਜੋ ਮੋਦੀ ਨੇ ਕਹਿਤੀ। ਇਹਦੀ ਸਭ ਤੋਂ ਵੱਡੀ ਐਗਜ਼ਾਮਪਲ ਜਿਹੜੀ ਹੈਗੀ ਆ ਆਪਾਂ ਕੋਟ ਕਰ ਸਕਦੇ ਹਾਂ, ਉਹਦੇ ਵਾਲੀ ਐਗਜ਼ਾਮਪਲ ਹੈਗੀ ਆ ਕਿ ਜਦੋਂ ਪ੍ਰਸ਼ਾਂਤ ਭੂਸ਼ਣ ਜੀ ਨੇ ਚੀਫ ਜਸਟਿਸ ਦੇ ਖਿਲਾਫ ਆਵਾਜ਼ ਚੱਕੀ ਸੀਗੀ, ਜਦੋਂ ਉਹਦੇ ਬਾਈਕ ਦੇ ਉੱਤੇ ਬੈਠੇ ਤੇ ਪ੍ਰਸ਼ਾਂਤ ਭੂਸ਼ਣ ਤੇ ਬਿਨਾਂ ਕੋਰਟ ਦਾ ਕਿਸੇ ਕੰਟੈਂਪਟ ਕੀਤੀ ਉਹਨਾਂ ਦੇ ਉੱਤੇ ਉਹਨਾਂ ਨੂੰ ਸਜ਼ਾ ਦਿੱਤੀ ਗਈ ਸੀ ਕੰਟੈਂਪਟ ਆਫ ਕੋਰਟ ਦੇ ਵਿੱਚ। ਬਿਲਕੁਲ ਆਪਾਂ ਸਾਰੇ ਚੰਗੀ ਤਰ੍ਹਾਂ ਜੁਰਮਾਨਾ ਵੀ ਲਗਾਇਆ ਗਿਆ। ਜਿਸ ਦੇਸ਼ ਦੇ ਸੁਪਰੀਮ ਕੋਰਟ ਦਾ ਇੱਕ ਜੱਜ, ਠੀਕ ਆ, ਮੋਦੀ ਦੀ ਬੀਜੇਪੀ ਸਰਕਾਰ ਆ, ਆਰਐਸਐਸ ਦੀ ਜਿਹੜੀ ਸਰਕਾਰ ਆ, ਇਹਨਾਂ ਦੇ ਕਹੇ ਤੇ ਚੱਲ ਸਕਦਾ ਤੇ ਉਹ ਤੁਸੀਂ ਇਹ ਉਮੀਦ ਨਹੀਂ ਕਰ ਸਕਦੇ ਕਿ ਉਹ ਲੋਕਾਂ ਦੇ ਹੱਕਾਂ ਦੇ ਵਿੱਚ ਖੜਾ ਹੋ ਜੂ। ਹੁਣ ਤਾਂ ਇੱਕੋ ਇੱਕ ਹੱਲ ਹੈਗਾ ਕਿ ਲੋਕ ਹੀ ਇਕਜੁੱਟ ਹੋ ਜਾਣ, ਲੋਕ ਹੀ ਪੂਰੇ ਦੇਸ਼ ਦੇ, ਮੈਂ ਇਕੱਲੇ ਪੰਜਾਬ ਦੇ ਨਹੀਂ ਕਹਿੰਦੀ, ਪੂਰੇ ਦੇਸ਼ ਦੇ ਜਿਹੜੇ ਕਿਸਾਨ ਨੇ, ਕਿਸਾਨ ਜਥੇਬੰਦੀਆਂ, ਇਕੱਲੇ ਕਿਸਾਨ ਨਹੀਂ, ਹਰ ਕੋਈ ਜਿੱਦਣ ਇਹ ਚੀਜ਼ ਸੋਚੂ। ਮੈਂ ਇੱਕ ਵਕੀਲ ਆ, ਅੰਨ ਤਾਂ ਮੈਂ ਵੀ ਖਾਂਦੀ ਆ, ਮੈਂ ਇਹ ਸੋਚੂੰਗੀ ਕਿ ਮੇਰੀਆਂ ਵੀ ਜੜ੍ਹਾਂ ਇੱਕ ਕਿਸਾਨ ਦੀਆਂ ਨੇ, ਹੈ ਨਾ। ਹਰ ਕਿੱਤੇ ਦਾ, ਹਰ ਕਾਰੋਬਾਰ ਦਾ ਜਦੋਂ ਬੰਦਾ ਕਿਸਾਨਾਂ ਦੇ ਨਾਲ ਆ ਕੇ ਖੜਾ ਹੋ ਜਾਊਗਾ, ਜਦੋਂ ਇਸ ਚੀਜ਼ ਦੇ ਵਿਰੁੱਧ ਆਵਾਜ਼ ਚੱਕਾਂਗੇ ਤਾਂ ਇਹ ਕਾਨੂੰਨ ਰੱਦ ਹੋਊਗੇ। ਕਾਲਾ ਕਾਨੂੰਨ ਆ, ਅਦਰਵਾਈਜ਼ ਇਹ ਸਾਡਾ ਨਾਸ਼ ਕਰ ਦੂਗਾ। ਬਿਲਕੁਲ ਮੈਡਮ, ਜਦੋਂ ਆਪਾਂ ਲੋਕਤੰਤਰ ਦੀ ਗੱਲ ਕਰਦੇ ਹਾਂ, ਹੁਣ ਸੰਸਦ ਵਿੱਚ ਕੋਈ ਵੀ ਬਿੱਲ ਪਾਸ ਹੁੰਦਾ ਆ ਉਹ ਕਿਸ ਹਿਸਾਬ ਨਾਲ ਪਾਸ ਹੁੰਦਾ ਆ, ਕਿਹਦੀ ਉਹਦੀ ਵੋਟਿੰਗ ਹੁੰਦੀ ਆ,
ਕਿਸ ਤਰੀਕੇ ਨਾਲ ਪਾਸ ਕੀਤਾ ਜਾਂਦਾ ਹੈ? ਕੋਈ ਵੀ ਕਾਨੂੰਨ ਆ ਨਾ, ਜਿੱਦਾਂ ਇਹ ਅਲੱਗ-ਅਲੱਗ ਕਾਨੂੰਨ ਇਹਨਾਂ ਨੇ ਹੁੰਦੇ ਆ। ਜ਼ਬਾਨੀ ਵੋਟਾਂ ਤੇ ਕਰਵਾ ਲਏ ਹੈਗੇ ਆ ਇਹਦੇ ਚ। ਹਾਂਜੀ ਦੇਖੋ ਕਾਨੂੰਨ ਤਾਂ ਪਾਸ ਹੋਣ ਦੇ ਤਰੀਕੇ ਹੁੰਦੇ ਆ, ਹਾਂਜੀ ਠੀਕ ਹੈ। ਇਹ ਕਈ ਸਪੈਸ਼ਲ ਬਿਲਸ ਹੁੰਦੇ ਆ ਜਿਹਦੇ ਲਈ ਜ਼ਿਆਦਾ ਬਹੁਮਤ ਦੀ ਲੋੜ ਹੁੰਦੀ ਆ, ਕਈ ਬਿੱਲ ਹੁੰਦੇ ਆ ਜਿਹਦੇ ਲਈ ਜਿਹੜੀਆਂ ਸਟੇਟਸ ਨੇ ਉਹਨਾਂ ਦੀਆਂ ਵੀ ਜਿਹੜੀਆਂ ਲੈਜਿਸਲੇਟਿਵ ਅਸੈਂਬਲੀ ਹੁੰਦੀਆਂ ਨੇ ਉਹਨਾਂ ਵੱਲੋਂ ਵੀ ਮਤਲਬ ਪਾਸ ਹੋਣਾ ਜ਼ਰੂਰੀ ਆ, ਠੀਕ। ਇਹ ਕੋਈ ਵੀ ਕਾਨੂੰਨ ਬਣਾਉਣ ਦੇ ਅਲੱਗ-ਅਲੱਗ ਤਰੀਕੇ ਹੁੰਦੇ ਆ, ਸੋ ਇਹ ਨਹੀਂ ਮੈਂ ਕਹਿੰਦੀ ਵੀ ਇਹਨਾਂ ਨੇ ਕਿਸੇ ਗਲਤ ਤਰੀਕੇ ਦੇ ਨਾਲ ਇਹਨੂੰ ਪਾਸ ਕਰਾ ਲਿਆ ਹੈ ਨਾ, ਕਿਉਂਕਿ ਕਾਨੂੰਨ ਉਹਨਾਂ ਨੇ ਕਾਨੂੰਨ। ਪਰ ਮੈਂ ਇੱਥੇ ਜਿਹੜੀ ਟੈਕਨੀਕਲ ਜਿਹੜੀ ਮੈਂ ਪਹਿਲਾਂ ਹੀ ਗਲਤੀ ਬੋਲੀ ਆ ਕਿ ਇਹ ਜਿਹੜਾ ਸਟੇਟ ਹੈਗਾ, ਇਹ ਸਟੇਟ ਸਬਜੈਕਟ ਐਗਰੀਕਲਚਰ, ਇਹ ਸੈਂਟਰ ਦਾ ਸਬਜੈਕਟ ਨਹੀਂਗਾ, ਨਾ ਇਹ ਕੌਨਕਰੈਂਟ ਲਿਸਟ ਦੇ ਵਿੱਚ ਆ। ਜਿਹੜਾ ਸਟੇਟ ਦਾ ਆ ਉਹਦੇ ਤੇ ਲਾਅ ਬਣਾਉਣ ਦਾ ਹੱਕ ਸੈਂਟਰ ਨੂੰ ਨਹੀਂ ਹੈਗਾ। ਬਿਲਕੁਲ। ਜਦੋਂ ਹੁਣ ਕਿਸਾਨ ਇੰਨਾ ਵਿਦਰੋਹ ਪਹਿਲਾਂ ਤੋਂ ਹੀ ਕਰ ਰਹੇ ਆ ਵੀ ਜਦੋਂ ਇਹ ਲੋਕ ਸਭਾ ਵਿੱਚ ਪੇਸ਼ ਹੋਇਆ ਜਾਂ ਰਾਜ ਸਭਾ ਵਿੱਚ, ਤੇ ਇਹਨਾਂ ਦਾ ਫਰਜ਼ ਹੈਗਾ ਸੀਗਾ ਵੀ ਇਹ ਕਿਸਾਨਾਂ ਨਾਲ ਗੱਲ ਕਰਦੇ। ਕਿੰਨਾ ਨੇ ਕਿਸਾਨਾਂ ਨਾਲ ਗੱਲਾਂ ਕਰਨੀਆਂ। ਜਿਹੜੀ ਇਹ ਮੋਦੀ ਦੀ ਸਰਕਾਰ ਆ ਇਹ ਅੰਬਾਨੀਆਂ ਅਡਾਨੀਆਂ ਦੇ ਸਿਰ ਦੇ ਉੱਤੇ ਤਾਂ ਚੱਲਦੀ ਆ, ਸਾਨੂੰ ਸਭ ਨੂੰ ਪਤਾ ਆ। ਇਹਨਾਂ ਦਾ ਉਹ ਜਿਹੜੇ ਕਾਰਪੋਰੇਟ ਘਰਾਣੇ ਨੇ, ਜਿਹੜੇ ਉਹ ਕੈਪੀਟਲਿਸਟ ਕਲਾਸ ਆ, ਉਹਨਾਂ ਦੇ ਨਾਲ ਤਾਂ ਇਹਨਾਂ ਦੀ ਪੂਰੀ ਸਾਂਝੇਦਾਰੀ ਆ। ਇਹਨਾਂ ਨੇ ਤਾਂ ਉਹੀ ਕਾਨੂੰਨ ਬਣਾਉਣਾ ਹੈ ਨਾ, ਇਨਡਾਇਰੈਕਟਲੀ ਆਪਾਂ ਦੇਖ ਲਈਏ ਜੋ ਇੰਡਸਟਰੀਅਲਿਸਟ ਕਹੂਗਾ। ਔਰ ਇੰਡਸਟਰੀਅਲਿਸਟ ਤਾਂ ਵੈਸੇ ਹੀ ਐਗਰੀਕਲਚਰ ਨੂੰ ਖਤਮ ਕਰਨਾ ਚਾਹੁੰਦਾ ਹੈ। ਐਗਰੀਕਲਚਰ ਸਾਡੀ ਪਹਿਲਾਂ ਹੀ, ਕਿਸਾਨ ਤਾਂ ਸਾਡਾ ਪਹਿਲਾਂ ਹੀ ਮਰ ਰਿਹਾ ਆ। ਬਿਲਕੁਲ ਠੀਕ ਆ। ਸੋ ਇਹ ਸਾਰੀ ਜਿਹੜੀ ਹੈਗੀ ਆ ਨਾ, ਇਹ ਪਿੱਛੇ ਜਿਹੜੇ ਕੈਪੀਟਲਿਸਟ ਕਲਾਸ ਆ, ਜਿਹੜੇ ਉਹ ਘਰਾਣੇ ਨੇ ਨਾ, ਇਹ ਉਹਨਾਂ ਦੇ ਲਈ ਕੀਤੀ ਜਾ ਰਹੀ ਆ। ਬਿਲਕੁਲ। ਜਿਹੜੇ ਇੰਡਸਟਰੀਅਲਿਸਟ ਆ ਉਹਨਾਂ ਨੂੰ ਬੈਨੀਫਿਟ ਦੇਣ ਲਈ। ਬਿਲਕੁਲ। ਬਟ ਜਿੱਦਾਂ ਕਿ ਕਿਹਾ ਵੀ ਗਿਆ ਹੈਗਾ ਆ, ਰਿਜ਼ਰਵ ਬੈਂਕ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਨੇ ਕਿਹਾ ਵੀ ਅਸੀਂ ਚਾਹੁੰਦੇ ਆ ਵੀ ਪਿੰਡਾਂ ਚੋਂ ਕੱਢ ਕੇ ਸਾਰੇ ਲੋਕਾਂ ਨੂੰ, ਜਿਹੜੇ ਕਿਸਾਨ ਵੀ ਨੇ, ਵੀ ਅਸੀਂ ਸ਼ਹਿਰਾਂ 'ਚ ਖੜਨਾ ਆ, ਉੱਥੇ ਮਜ਼ਦੂਰੀਆਂ ਕਰਾਉਣੀਆਂ ਨੇ, ਤੇ ਉਹੀ ਉਸ ਹਿਸਾਬ ਨਾਲ ਕੰਮ ਕਰ ਰਹੇ ਨੇ। ਹਾਂ, ਮਤਲਬ ਹੁਣ ਜਿਹੜੇ ਕੋਈ ਵੀ ਆ ਖੇਤੀ ਨਾ ਕਰੋ, ਜਿੰਨੀਆਂ ਖੇਤੀ ਵਾਲੀ ਪ੍ਰਾਪਰਟੀ ਆ ਉਹਨਾਂ ਤੇ ਇੰਡਸਟਰੀ ਖੜੀ ਕਰ ਦਿਓ ਤੁਸੀਂ, ਫਿਰ ਅੰਨ ਕਿੱਥੋਂ ਖਾਓਗੇ? ਬਿਲਕੁਲ। ਜੇ ਅੰਨ ਉਗਾਓਗੇ ਨਹੀਂ, ਖਾਓਗੇ ਕਿੱਥੋਂ? ਹੁਣ ਉੱਥੇ ਸੰਸਦ ਵਿੱਚ ਸਾਰੀਆਂ ਵਿਰੋਧੀ ਜਿਹੜੀਆਂ ਪਾਰਟੀਆਂ ਸੀਗੀਆਂ, ਭਾਜਪਾ ਤੋਂ ਇਲਾਵਾ ਜਿਹੜੀਆਂ ਸੀਗੀਆਂ, ਸ਼੍ਰੋਮਣੀ ਅਕਾਲੀ ਦਲ ਵੀ ਜੇ ਆਪਾਂ ਇਹਦੇ 'ਚ ਕਾਊਂਟ ਕਰਦੇ ਹਾਂ ਤਾਂ ਉਹਨਾਂ ਨੇ ਵੀ, ਚਲੋ ਲੇਟ ਆਏ, ਲਤੀਫ ਆਏ ਨੇ, ਬਿਲਕੁਲ ਆਏ ਨੇ, ਤੇ ਨਵਜੋਤ ਸਿੰਘ ਸਿੱਧੂ ਵੀ ਹੁਣ ਬੋਲੇ ਨੇ ਇਸ ਤੋਂ ਇਲਾਵਾ ਭਗਵੰਤ ਮਾਨ ਵੀ ਬੋਲੇ ਨੇ। ਮੈਮ ਮੈਂ ਇੱਕ ਗੱਲ ਬੋਲਾਂ, ਮੈਂ ਵੈਸੇ ਤਾਂ ਚੰਗੀ ਗੱਲ ਆ ਕਿ ਬੋਲ ਰਹੇ ਸਾਰੇ ਇਕੱਠੇ ਹੋਏ ਨੇ ਪੰਜਾਬ 'ਚ। ਮੈਂ ਕਹਿ ਰਹੀ ਹਾਂ ਕਿ ਮੈਂ ਖੁਸ਼ ਹਾਂ ਜੇ ਉਹ ਦਿਲੋਂ ਬੋਲ ਰਹੇ ਨੇ, ਪਰ ਜਿੱਥੇ ਗੱਲਾਂ ਆਉਂਦੀਆਂ ਨੇ ਨਾ, ਪੋਲੀਟੀਕਲ ਸਟੰਟ ਹੁੰਦੇ ਨੇ। ਜਿਵੇਂ ਇਹਨਾਂ ਨੇ, ਜੇ ਆਪਾਂ ਬਾਦਲਾਂ ਦੀ ਗੱਲ ਕਰ ਲਈਏ, ਇਹਨਾਂ ਨੇ ਕਿਹਾ ਕਿ ਅਸੀਂ ਉਹਦੇ ਨਾਲ ਸਹਿਮਤ ਨਹੀਂ। ਬੜਾ ਸੋਹਣਾ ਬੋਲਿਆ ਉਹਦੇ ਸੁਖਵੀਰ ਬਾਦਲ, ਮੈਂ ਖੁਦ ਵੀ ਸ਼ੇਅਰ ਕੀਤਾ ਵੀ ਚੱਲ ਕੁਛ ਤਾਂ ਬੋਲਿਆ ਹੈ ਨਾ, ਪਰ ਉਹਨੇ ਉਹ ਵੀ ਗੱਲ ਕੀਤੀ ਕਿ ਮੈਂ ਇਹਦੀ ਜਿਹੜੀ ਹੈਗੀ ਆ ਸਿਮਰਤ ਬਾਦਲ ਨੇ ਅਸਤੀਫੇ ਵਾਲੀ ਗੱਲ ਐਂਡ ਆਲ। ਅਲਾਈਅੰਸ ਕਿਉਂ ਨਹੀਂ ਤੋੜਦੇ? ਜੇ ਐਡਾ ਹੀ ਆ ਇਹਦੇ ਨਾਲ ਅਲਾਈਅੰਸ, ਐਨਡੀਏ ਦੇ ਨਾਲ ਕਾਤੇ ਨੇ? ਸਰਕਾਰ ਤਾਂ ਐਨਡੀਏ ਦੀ ਆ ਨਾ। ਹਾਂ, ਉਹ ਤਾਂ ਨਾਲ ਰੱਖਣਗੇ ਨਾ, ਐਨਡੀਏ ਨੂੰ ਤੋੜੋ। ਸੋ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਨੇ, ਤਾਂ ਇਹ ਇਹਨਾਂ ਨੂੰ ਪਤਾ ਹੈ ਕਿ ਜੇ ਅੱਜ ਨਾ ਸੀ, ਇਹ ਵੋਟ ਬੈਂਕ ਆ, ਇੱਥੇ ਹਰ ਚੀਜ਼ ਵੋਟ ਬੈਂਕ ਦੇ ਸਿਰ ਦੇ ਉੱਤੇ ਚੱਲਦੀ ਆ। ਜਿਹੜੀ ਸਿਆਸਤ ਆ ਉਹਨੇ ਆਪਣਾ ਵੋਟ ਬੈਂਕ ਦੇਖਣਾ। ਅੱਛਾ, ਪਹਿਲਾਂ ਉਹ ਕਰ ਰਹੇ ਸੀ ਵਿਰੋਧ, ਉਹਨਾਂ ਨੂੰ ਨਹੀਂ ਪਤਾ ਹੋਣਾ ਵੀ ਇਸ ਲੈਵਲ ਤੱਕ ਕਿਸਾਨ ਵਿਰੋਧ ਕਰ ਦੇਣਗੇ। ਜਦੋਂ ਉਹਨਾਂ ਨੇ ਦੇਖਿਆ ਵੀ ਜੇ ਅਸੀਂ ਅੱਜ ਜੋ ਹੈਗੀ ਆ ਕਿ ਬਾਦਲ, ਜਿਹੜਾ ਸੁਖਵੀਰ ਬਾਦਲ ਆ, ਉੱਥੇ ਕਿਉਂ ਬੋਲਿਆ, ਉਹਨੂੰ ਪਤਾ ਹੈ ਕਿ ਜੇ ਮੈਂ ਅੱਜ ਵੀ ਇੱਥੇ ਨਾ ਬੋਲਿਆ ਨਾ, ਮੇਰਾ ਪੰਜਾਬ ਵੜਨਾ ਔਖਾ ਕਰ ਦੇਣਾ। ਬਿਲਕੁਲ। ਸੋ ਇਹਨਾਂ ਦੀਆਂ ਇਹ ਤਾਂ ਚਾਲਾਂ ਨੇ, ਮੈਨੂੰ ਇਹਨਾਂ ਤੋਂ ਕੋਈ ਉਮੀਦ ਨਹੀਂ। ਜੇ ਵਾਕਈ ਗੱਲ ਇਹ ਕੁਝ ਕਰਨਾ ਚਾਹੁੰਦੇ ਆ, ਫਿਰ ਇਹ ਸਾਰੀਆਂ ਪਾਰਟੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋਣ। ਠੀਕ। ਆਪਾਂ ਇਕੱਲੇ ਪੰਜਾਬ ਦੀ ਗੱਲ ਕਰ ਲੈਂਦੇ ਆ। ਪੰਜਾਬ ਦਾ ਚਾਹੇ ਨਵਜੋਤ ਸਿੱਧੂ ਆ, ਬੈਂਸ ਅਲੱਗ ਕਰ ਰਹੇ ਨੇ, ਕਾਂਗਰਸ ਅਲੱਗ ਕਰ ਰਹੀ ਆ, ਸਾਰੇ ਇਕੱਠੇ ਕਿਉਂ ਨਹੀਂ ਹੁੰਦੇ ਇੱਕ ਝੰਡੇ ਦੇ ਥੱਲੇ? ਆਪਦਾ ਮਤਲਬ ਪਾਰਟੀਆਂ ਦੇ ਝੰਡੇ ਛੱਡ ਕੇ ਕਿਸਾਨ ਯੂਨੀਅਨ ਜਿਹੜੀਆਂ ਹੈਗੀਆਂ ਨੇ, ਜੇ 25 ਕਿਸਾਨ ਯੂਨੀਅਨ ਇਕੱਠੀਆਂ ਹੋ ਸਕਦੀਆਂ ਨੇ ਉਹਦੇ ਲਈ, ਤਾਂ ਕੀ ਅੱਡ-ਅੱਡ ਪਾਰਟੀਆਂ ਇਕੱਠੀਆਂ ਨਹੀਂ ਹੋ ਸਕਦੀਆਂ? ਠੀਕ ਮੈਡਮ, ਇੱਕ ਹੋਰ ਹੈ ਕਿ ਐਮਐਸਪੀ ਦੇ ਬਾਰੇ ਚ ਜਿਹੜਾ ਸਰਕਾਰ ਨੇ ਕਿਹਾ ਹੈ ਵੀ ਅਸੀਂ ਦਵਾਂਗੇ। ਇਸ ਤੋਂ ਪਹਿਲਾਂ ਵੀ 23 ਜਿਹੜੇ ਸੀਗੇ ਸਾਡੀਆਂ ਫਸਲਾਂ ਉੱਤੇ ਦਿੱਤਾ ਜਾਂਦਾ ਸੀਗਾ, ਉਹਨਾਂ 'ਚ ਸਿਰਫ ਕਣਕ ਤੇ ਝੋਨੇ ਦਾ ਹੀ ਮਿਲਦਾ ਆ, ਬਾਕੀ ਸਿਰਫ ਇੱਕ ਨਾਂ ਦਾ ਸੀਗਾ। ਹੁਣ ਮੱਕੀ ਵੀ ਰੁਲ ਗਈ ਹੈਗੀ ਆ, ਬਾਕੀ ਕਪਾਹ ਦੀ ਫਸਲ ਵੀ, ਉਹਦਾ ਵੀ ਕੋਈ ਰੇਟ ਨਹੀਂ ਮਿਲਿਆ ਹੈਗਾ। ਜੇ ਐਮਐਸਪੀ ਇਹ ਲਿਖਦੇ ਵੀ ਆ ਕਾਨੂੰਨ ਦੇ ਵਿੱਚ, ਤੇ ਉਸ ਹਿਸਾਬ ਨਾਲ ਉਹ ਲਾਗੂ ਵੀ ਹੋ। ਮੈਮ, ਜਿਹੜਾ ਆਪਾਂ ਇਹਨਾਂ ਦਾ ਜਿਹੜਾ ਲਾਅ ਦੇਖਦੇ, ਜਿੱਥੇ ਤਾਨਾਸ਼ਾਹੀ ਚੱਲਦੀ ਹੈ, ਧੱਕੇਸ਼ਾਹੀ, ਇਹਨਾਂ ਨੇ ਤਾਂ ਇੰਡਸਟਰੀਅਲਿਸਟ ਕਲਾਸ ਜਿਹੜੀ ਹੈਗੀ ਉਹਦੇ ਪੱਖ ਪੂਰਨਾ ਆ। ਹਾਂਜੀ, ਠੀਕ ਆ। ਐਮਐਸਪੀ ਦੀ ਗੱਲ ਤਾਂ ਬਹੁਤ ਦੇਰ ਤੋਂ ਹੀ ਚੱਲਦੀ ਆ, ਕਰਦੇ ਵੀ ਐਮਐਸਪੀ ਮਿਲੂਗੀ, ਐਮਐਸਪੀ ਹੋਏਗੀ, ਜਾਂ ਮਤਲਬ ਸਿਰਫ ਹੁਣ ਜ਼ਬਾਨੀ ਚ ਮੈਮ ਕੁਛ ਨਹੀਂ ਹੋਣਾ। ਇਹ ਸਿਰਫ ਸੌਰਟ ਆਫ ਲੋਲੀਪੌਪ ਦਿੱਤੇ ਜਾ ਰਹੇ ਨੇ। ਠੀਕ ਹੈ ਨਾ? ਇਹ ਲੋਲੀਪੌਪ, ਜੇ ਅੱਜ ਵੀ ਅਸੀਂ ਇਹਨਾਂ ਦੀਆਂ ਗੱਲਾਂ 'ਚ ਤੇ ਇਹ ਵੀ ਕਹਿ ਰਹੇ ਵੀ ਮੰਡੀਕਰਨ ਉਸ ਤਰੀਕੇ ਦਾ ਨਹੀਂ ਖਤਮ ਹੋਊਗਾ, ਇਹ ਕਿਸਾਨ ਕਹਿਣ ਨੂੰ, ਤੇ ਇਹਨੂੰ ਕੀ ਕਿਹਾ ਗਿਆ ਕਿ ਕਿਸਾਨਾਂ ਦੇ ਹਿੱਤ ਦੇ ਵਿੱਚ ਹੈ ਲਾਅ।
ਗੱਲਾਂ ਤੇ ਇਹ ਵੀ ਹੋ ਰਹੀਆਂ ਨੇ, ਠੀਕ ਆ, ਪਰ ਕਾਦੇ ਹਿੱਤ ਨੇ? ਸੋ ਇਹ ਸਾਨੂੰ ਨਾ ਕਾਈਂਡ ਆਫ ਲੋਲੀਪੌਪ ਦਿੱਤੇ ਜਾ ਰਹੇ ਨੇ ਤਾਂ ਕਿ ਅਸੀਂ ਇਹ ਜਿਹੜਾ ਮੂਵਮੈਂਟ ਆ ਉਹ ਬੰਦ ਕਰ ਦਈਏ। ਸੋ ਮੈਂ ਤਾਂ ਇਹੀ ਗੱਲ ਬੋਲੂੰਗੀ ਕਿ ਤੁਹਾਡੇ ਚੈਨਲ ਦੇ ਪਲੇਟਫਾਰਮ ਤੋਂ ਵੀ ਜਿੱਥੇ ਵੀ ਜਿਹੜਾ ਵੀ ਹੈਗਾ ਕਿ ਅੱਜ ਸਾਨੂੰ ਕਿਸਾਨਾਂ ਦੇ ਨਾਲ ਖੜਨ ਦੀ ਲੋੜ ਆ ਤੇ ਅੱਜ ਸਾਨੂੰ ਖੜਨਾ ਚਾਹੀਦਾ ਆ, ਕਿਉਂਕਿ ਜੇ ਆਪਾਂ ਇਹ ਗੱਲ ਸੋਚਾਂਗੇ ਕਿ ਅੱਗ ਮੇਰੇ ਘਰੇ ਲੱਗੀ ਆ, ਠੀਕ ਆ, ਗਵਾਂਢੀਆਂ ਦੇ ਘਰੇ ਲੱਗੀ ਆ, ਮੇਰੇ ਨਹੀਂ ਲੱਗੀ ਹੈਗੀ, ਜਿੱਦਣ ਮੇਰੇ ਘਰੇ ਲੱਗੂ ਦੇਖੂ, ਤਾਂ ਉਹੀ ਕੰਮ ਹੋਣਾ ਆ। ਫਿਰ ਆਪਾਂ ਕੱਲ੍ਹ ਨੂੰ ਸਾਡੇ ਘਰੇ ਵੀ ਲੱਗੂ, ਫਿਰ ਸਾਡੇ ਨਾਲ ਦੇ ਘਰੇ ਵੀ ਲੱਗੂ, ਇੱਦਾਂ ਹੌਲੀ ਹੌਲੀ ਸਾਡਾ ਪੂਰਾ ਪਿੰਡ ਬਰਬਾਦ ਹੋ ਜਾਊਗਾ, ਸਾਡਾ ਪੂਰਾ ਦੇਸ਼ ਬਰਬਾਦ ਹੋ ਜਾਊਗਾ। ਸੋ ਅੱਜ ਕਿਸਾਨ ਨੂੰ ਮਾਰਨ ਦੀ ਕੋਸ਼ਿਸ਼ ਹੋ ਰਹੀ ਆ, ਅੱਜ ਬਾਕੀਆਂ ਨੂੰ ਨਾਲ ਖੜੇ ਹੋਣਾ ਚਾਹੀਦਾ ਆ, ਖੜੇ ਹੋਣਾ ਪਊਗਾ ਜੇ ਅਸੀਂ ਆਪਣਾ ਘਰ ਬਚਾਉਣਾ ਆ। ਬਿਲਕੁਲ। ਤੇ ਮੈਮ ਇੱਕ ਲਾਸਟ ਕੁਐਸਚਨ ਮੇਰਾ ਵੀ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਇਹਨਾਂ ਨੇ ਲਿਤਾੜ ਕੇ ਬਿੱਲ ਪਾਸ ਕਰ ਦਿੱਤਾ ਆ, ਤੇ ਉਹਦੇ ਵਿੱਚ ਹੁਣ ਪੰਜਾਬੀ ਭਾਸ਼ਾ ਉੱਥੇ ਜਿਹੜੀ ਦੂਜੀ ਜ਼ਬਾਨ ਸੀਗੀ 1947 ਦੇ ਵਿੱਚ, ਹੁਣ ਕੀ ਅਸਰ ਪਊਗਾ ਉੱਥੇ ਰਹਿੰਦੇ ਪੰਜਾਬੀਆਂ ਤੇ? ਦੇਖੋ ਹਾਂ, ਇੱਕ ਸੌਰਟ ਆਫ ਆਪਾਂ ਕਹਿ ਦਈਏ ਵੀ ਮਨੋਬਲ ਤਾਂ ਗਿਰਦਾ, ਇਹ ਤਾਂ ਪੰਜਾਬੀ ਨੂੰ ਤੋੜਨ ਦੀ ਕੋਸ਼ਿਸ਼ ਆ। ਬਾਕੀ ਜਿਨ੍ਹਾਂ ਨੇ ਆਪਣੀ ਮਾਂ ਬੋਲੀ ਬੋਲਣੀ ਆ ਨਾ, ਉਹਨਾਂ ਨੇ ਬੋਲਦੇ ਹੀ ਰਹਿਣਾ ਆ। ਸਾਡੀ ਮਾਂ ਬੋਲੀ ਉਹ ਚੀਜ਼ ਆ ਕਿ ਇਹ ਖਤਮ ਕਰਨ ਦੀ ਕੋਸ਼ਿਸ਼ ਕਰ ਲੈਣ। ਸਾਡੀ ਮਾਂ ਬੋਲੀ ਕਿਸੇ ਦੇ ਕਹੇ ਤੋਂ ਉਨੀ ਦੇਰ ਖਤਮ ਨਹੀਂ ਹੁੰਦੀ ਜਦ ਤੱਕ ਅਸੀਂ ਆਪਣੇ ਜਵਾਕਾਂ ਨੂੰ ਪੰਜਾਬੀ ਘਰਾਂ ਦੇ ਵਿੱਚ ਅਸੀਂ ਵਰਤਦੇ ਰਵਾਂਗੇ ਤੇ ਬੱਚਿਆਂ ਨੂੰ ਸਿਖਾਉਂਦੇ ਰਵਾਂਗੇ, ਤੇ ਜਦ ਤੱਕ ਸਾਡੇ ਗੁਰੂ ਗ੍ਰੰਥ ਸਾਹਿਬ ਹੈਗੇ ਨੇ, ਮੈਨੂੰ ਨਹੀਂ ਲੱਗਦਾ ਵੀ ਸਾਡੀ ਪੰਜਾਬੀ ਨੂੰ ਕੋਈ ਵੀ ਖਤਮ ਕਰ ਸਕਦਾ ਆ। ਸੋ ਅਸੀਂ ਆਪ ਬੋਲਦੇ ਰਹੀਏ, ਅਸੀਂ ਆਪਣੀ ਭਾਸ਼ਾ ਦੇ ਵਿੱਚ ਆਪਣੇ ਬੱਚਿਆਂ ਨੂੰ ਆਪਣੀ ਜ਼ੁਬਾਨ ਸਿਖਾਉਂਦੇ ਰਹੀਏ, ਤੇ ਜੇ ਉੱਥੇ ਦੇ ਜਿਹੜੇ ਜੰਮੂ ਕਸ਼ਮੀਰ ਦੇ ਜਿਹੜੇ ਪੰਜਾਬੀ ਹੈਗੇ ਨੇ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਣਗੇ ਤਾਂ ਉੱਥੋਂ ਪੰਜਾਬੀ ਕਦੇ ਵੀ ਖਤਮ ਨਹੀਂ ਹੋਊਗੀ ਤੇ ਇਹਨਾਂ ਦੀਆਂ ਚਾਲਾਂ ਨਾਕਾਮ ਹੀ ਹੋਣਗੀਆਂ। ਬਿਲਕੁਲ। ਤੇ ਮੈਡਮ ਅਸੀਂ ਇਸ ਮੁੱਦੇ ਤੇ ਜਿਹੜੇ ਸੰਸਦ ਵੱਲੋਂ ਬਿੱਲ ਪਾਸ ਕੀਤੇ ਗਏ ਆ, ਇਹਦੇ ਤੇ ਤੁਹਾਡੀ ਕਾਨੂੰਨੀ ਰਾਏ ਜਿਹੜੀ ਲੈਣਾ ਚਾਹੁੰਦੀ ਸੀ, ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਇਹਦੇ ਬਾਰੇ ਦੱਸਿਆ ਹੈ ਕਿ ਖੁੱਲ੍ਹ ਕੇ ਵੀ ਇਹਦੇ ਵਿੱਚ ਕੀ ਹੋ ਸਕਦਾ ਹੈ ਜਾਂ ਕਿਸ ਤਰੀਕੇ ਨਾਲ ਰੱਦ ਕੀਤੇ ਜਾ ਸਕਦੇ ਨੇ। ਇਸ ਲਈ ਤੁਹਾਡਾ ਸਾਡੇ ਦਰਸ਼ਕਾਂ ਵੱਲੋਂ ਤੇ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।